राज गिल ने लिखिया है। सत श्री अकाल बाबा जी। मेरा मन संसार नाल सिर्फ ते सिर्फ रोटी कपड़ा ते मकान करके जुड़ रहा है, जिस दी कि हर एक इंसान नूं जरूरत है। होर सबना नूं छड्डो तुसीं ओह आप दी निबेड़न। कि यह भी झूठ है तां किवें इस दा इलाज दसो जी। अखर वध घट लई मुआफ़ी चाहुंदा हाँ आप नूं कोटान कोट प्रणाम बाबा जी। हुण तुसीं थोड़ा जिहा ख्याल करो भी आदमी अपनी मूढ़ता नूं नहीं छड्डदा है। ਉਹਨੂੰ ही समझ लैंदा है। हुण किन्नी दफ़ा कहा गया है भी अध्यात्म बुद्धि का विषय नहीं है, समझ का विषय नहीं है। समझ नहीं आवेगा, आवेगा भी तो टिकेगा नहीं। कई बार आदमी सुन के सोच लेंदा है भी समझ विच आ गया, लगता भी है समझ विच आ गया, पर कुछ चिर बाद फिर भुल जाता है क्योंकि समझ विच टिकदा नहीं। ये समझ तो थोड़ा जिहा वड्डा है जां समझ तो पार दा है, यूँ कह सकते। ते जिहड़े इस अध्यात्म उपदेश नूं समझ दा हिस्सा बना लैंदे हन ना, उन्हां नूं ही सतपुरख मूढ़ कहिंदे हन। महामूढ़ कछ भेद ना जानत। उन्होंने समझ ते लिया है तो उस समझदारी नूं ही ज्ञान समझ बैठे। उन्होंने ही पंडित किया है। पंडिया कवन कुमत तुम लाग, वेद पढ़े पढ़ पंडित मूए। आप डूबे चाहो वेद में, चेले दिए बहाए। वेद का अर्थ हुंदा ज्ञान, शास्त्रां दा पढ़िया होया, समझिया होया, विचारिया होया। ते जिन्हां ने समझिया सी, विचारिया सी, ते उन्हां नूं ही किया है ना भी तुसीं आप भी डुबोगे इस समझदारी दे विच। समझदारी दे कारण ते समझदारी दे कारण दूसरिਆਂ ਨੂੰ भी डुबोगे, क्योंकि जिन्हां ਨੂੰ समझा रहे हो वो भी तुहाडी समझ का हिस्सा बन जाणगे। ते यह अध्यात्म जिहड़ा है ना, ये समझ विच नहीं आउंदा है। पर तुसीं चाहुंदे हो समझना। समस्या ये खड़ी हो रही है भी समझ विच क्यों नहीं आउंदा। आ जाना चाहिए, हर गल ते समझ विच आ ही रही है संसार दी, पर संसार दी आउंदी है ना। तो अध्यात्म भी जो समझ विच आ जांदा वो भी संसार का ही हिस्सा हो जाता, क्योंकि समझ संसार वास्ते मिली है, संसार नूं समझण वास्ते मिली है, परमात्मा नूं थोड़ी। ते तुहाडी समझ विच आउंदा नहीं है।
ਆ ਨਹੀਂ ਸਕਦਾ। ਤੇ ਸਮਝਦਾਰੀ ਨੂੰ ਛੱਡਣਾ ਹੈ। ਸਮਰਪਣ ਦਾ ਭਾਵ ਇਹੋ ਹੀ ਹੁੰਦਾ, ਸਮਰਪਿਤ ਕਰਨੀ ਹੈ ਸਮਝ। ਜਿਵੇਂ ਜੋੜੇ ਲਾ ਕੇ ਪ੍ਰਵੇਸ਼ ਕਰਦੇ ਹਨ ਗੁਰੂ ਦੁਆਰੇ, ਤੇ ਜੋੜੇ ਪ੍ਰਤੀਕ ਹਨ। ਰੱਖਣੀ ਸਮਝ ਹੈ ਬਾਹਰ। ਜੋੜੇ ਨਾਮ ਹੀ ਬਾਹਰ ਰੱਖੋਗੇ ਤਾਂ ਵੀ ਕੋਈ ਗੱਲ ਨਹੀਂ, ਗੁਰੂ ਨਾਰਾਜ਼ ਨਹੀਂ ਹੋ ਜਾਵੇਗਾ। ਜੋੜੇ ਲੈ ਕੇ ਆ ਜਾਓਗੇ ਗੁਰੂ ਕੋ, ਖਿਆਲ ਵਿੱਚ ਰੱਖੋ। ਪਰ ਸਮਝਦਾਰੀ ਲੈ ਕੇ ਆ ਜਾਵੋਗੇ ਨਾ, ਤੇ ਤੁਸੀਂ ਗੁਰੂ ਕੋਲ ਪਹੁੰਚੇ ਹੀ ਨਹੀਂ। ਪਹਿਲੀ ਗੱਲ ਤੇ ਇਹ ਹੈ। ਕਿਉਂਕਿ ਸਮਝ ਜਿਹੜੀ ਹੈ ਨਾ, ਉਹ ਗੁਰੂ ਦੁਆਰੇ ਨਹੀਂ ਪਹੁੰਚਣ ਦਿੰਦੀ। ਸਮਝ ਨੂੰ ਛੱਡਣਾ ਹੈ। ਪਰ ਛੱਡਣੀ ਕਠਿਨ ਹੈ। ਗੁਰ ਕੀ ਮਤ ਤੂੰ ਲੇਹ ਆਣੇ, ਇਹ ਆਣੇ ਬਣਨ ਸਿਖਾਲਾ ਥੋੜ੍ਹੀ। ਸਮਝ 'ਚ ਆ ਜਾਵੇਗਾ ਤੇ ਸਮਝਦਾਰ ਬਣ ਜਾਣਗੇ, ਤੇ ਦੂਜਿਆਂ ਨੂੰ ਸਮਝਾਉਣਗੇ। ਤੇ ਜ਼ਿਆਦਾਤਰ ਲੋਕ ਇਉਂ ਹੀ ਸੋਚਦੇ ਹਨ ਕਿ ਅਧਿਆਤਮ ਪੁਰਸ਼ਾਂ ਕੋਲ ਬੜੀ ਸਮਝ ਹੋਵੇਗੀ। ਨਹੀਂ, ਇਹ ਸਮਝ ਦਾ ਵਿਸ਼ਾ ਹੈ ਹੀ ਨਹੀਂ। ਇਸ ਕਰਕੇ ਅਨਪੜ੍ਹ ਵੀ ਪਰਮ ਪੁਰਖ ਹੋਏ ਹਨ, ਉਹਨਾਂ ਨੇ ਬਹੁਤ ਵਧੀਆ ਉਪਦੇਸ਼ ਦਿੱਤਾ ਹੈ। ਬਹੁਤੇ ਪੜ੍ਹੇ ਲਿਖੇ ਨਹੀਂ ਸਨ। ਤੇ ਸਮਝ ਤੋਂ ਪਾਰ ਹੈ। ਹੁਣ ਖਿਆਲ ਕਰੋ ਤੁਸੀਂ ਵੀ ਇਹ ਬਹੁਤ ਵਾਰਾਂ ਕਿਹਾ ਹੈ, ਜਿਵੇਂ ਇਹਨੇ ਲਿਖਿਆ ਹੈ ਨਾ, ਵੀ ਮੇਰਾ ਮਨ ਸੰਸਾਰ ਨਾਲ ਸਿਰਫ ਤੇ ਸਿਰਫ ਰੋਟੀ ਕੱਪੜਾ ਤੇ ਮਕਾਨ ਕਰਕੇ ਜੁੜ ਰਿਹਾ ਹੈ। ਪਰ ਅਧਿਆਤਮ ਪੁਰਸ਼ ਕਹਿੰਦੇ ਹਨ ਵੀ ਜੀਵਨ ਤੁਹਾਡਾ ਨਹੀਂ ਹੈ। ਤੁਹਾਡਾ ਜੀਵਨ ਥੋੜ੍ਹੀ ਹੈ। ਤੁਸੀਂ ਪੈਦਾ ਹੋਏ ਹੋ। ਮੈਂ ਰਾਜਗਲ ਨੂੰ ਪੁੱਛਦਾ ਹਾਂ, ਥੋੜ੍ਹਾ ਜਿਹਾ ਗੌਰ ਕਰ, ਖਿਆਲ ਕਰ ਵੀ ਤੂੰ ਕਦੋਂ ਪੈਦਾ ਹੋਇਆ। ਤੂੰ ਕਿਹਾ ਸੀ ਮੈਨੂੰ ਪੈਦਾ ਕਰੋ। ਬੱਚੇ ਨੂੰ ਬਹੁਤ ਸਮੇਂ ਬਾਅਦ ਪਤਾ ਲੱਗਦਾ ਹੈ ਆਪਣੇ ਨਾਮ ਦਾ ਵੀ, ਜੋ ਘਰਦਿਆਂ ਨੇ ਰੱਖਿਆ ਹੋਇਆ। ਇਹ ਮੇਰਾ ਹੈ। ਤੁਹਾਨੂੰ ਤੇ ਖਿਆਲ ਵੀ ਨਹੀਂ ਤੁਸੀਂ ਪੈਦਾ ਹੋਏ। ਤੁਸੀਂ ਪੈਦਾ ਥੋੜ੍ਹੀ ਹੋਏ ਹੋ। ਫਿਰ ਤੁਸੀਂ ਪੈਦਾ ਨਹੀਂ ਹੋਏ ਹੋ, ਫਿਰ ਜੀਵਨ ਤੁਹਾਡਾ ਕਿਵੇਂ ਹੋ ਜਾਵੇਗਾ। ਫਿਰ ਜੀਵਨ ਤੁਹਾਡਾ ਨਹੀਂ ਹੈ ਤੇ ਫਿਰ ਚਿੰਤਾ ਤੁਸੀਂ ਕਿਉਂ ਕਰ ਰਹੇ ਹੋ। ਇਹੋ ਹੀ ਤਾਂ ਹੰਕਾਰ ਹੈ ਨਾ। ਕੱਲ੍ਹ ਹੀ ਕਿਹਾ ਸੀ ਨਾ ਮੈਂ ਵੀ ਹਾਂ ਮੈਂ ਤੋਂ ਵਿਚਾਰ ਪੈਦਾ ਹੁੰਦੇ ਆ। ਦੇਖੋ, ਹਾਂ ਮੈਂ ਹਾਂ, ਮੇਰਾ ਜੀਵਨ ਹੈ, ਇਹੋ ਹੀ ਤੇ ਮੈਂ ਹੈ ਵੀ ਮੇਰਾ ਜੀਵਨ ਹੈ। ਤੇ ਹੁਣ ਮੈਂ ਉਸ 'ਤੇ ਸੋਚਣਾ ਹੀ ਹੈ, ਰੋਟੀ ਕੱਪੜਾ ਔਰ ਮਕਾਨ ਵਾਸਤੇ। ਫਿਰ ਆਪਣੇ ਬਾਰੇ ਸੋਚਣਾ, ਪਰਿਵਾਰ ਬਾਰੇ ਸੋਚਣਾ, ਆਪਣਿਆਂ ਬਾਰੇ ਸੋਚਣਾ। ਲੋਕ ਸੋਚ ਰਹੇ ਹਨ। ਪਹਿਲਾਂ ਤਾਂ ਆਪਣਾ ਜੀਵਨ ਸਮਝ ਲਿਆ, ਉੱਥੋਂ ਹੀ ਭੁੱਲ ਹੋ ਗਈ। ਉਹੋ ਹੀ ਮੈਂ ਹੈ, ਮੇਰਾ ਜੀਵਨ ਹੈ। ਤੁਸੀਂ ਇਹ ਖਿਆਲ ਕਰ ਰਹੇ ਹੋ, ਤੁਸੀਂ ਸੋਚ ਰਹੇ ਹੋ। ਤੁਹਾਡਾ ਜੀਵਨ ਥੋੜ੍ਹੀ ਹੈ। ਜਦੋਂ ਤੁਸੀਂ ਪੈਦਾ ਹੀ ਨਹੀਂ ਹੋਏ, ਤੁਹਾਡਾ ਜੀਵਨ ਕਿਵੇਂ ਹੋ ਜਾਵੇਗਾ।
ਜਿਹਦਾ ਜੀਵਨ ਹੈ। ਇਸੇ ਕਾਰਨ ਹੀ ਤੇ ਕਿਹਾ ਹੈ ਵੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਵੀ ਜਿਹਨੇ ਪੈਦਾ ਕੀਤਾ ਹੋਇਆ ਉਹ ਰਿਜ਼ਕ ਦੇ ਰਿਹਾ ਹੈ, ਉਹ ਹੀ ਸਭ ਕੁਝ ਕਰ ਰਿਹਾ। ਤੁਸੀਂ ਤੇ ਆਪਣੇ ਉਹੀ ਮੋਹਰ ਲਾ ਲੈਂਦੇ ਹੋ, ਮੇਰਾ ਜੀਵਨ ਹੈ, ਫਿਰ ਮੈਂ ਮਕਾਨ ਬਣਾਇਆ, ਮੈਂ ਰੋਟੀ ਕੱਪੜੇ ਦੀ ਚਿੰਤਾ ਕਰਨੀ, ਮੈਂ ਕਰਨੀ। ਹੱਦ ਹੋ ਗਈ। ਇਹ ਹੁਣ ਸਮਝ ਵਿੱਚ ਥੋੜ੍ਹੀ ਆ ਜਾਵੇਗਾ ਤੁਹਾਨੂੰ। ਤੁਸੀਂ ਕਰ ਹੀ ਰਹੇ ਹੋ ਚਿੰਤਾ। ਚਿੰਤਾ ਛੁੱਟ ਥੋੜ੍ਹੀ ਜਾਵੇਗੀ ਸਮਝਦਾਰੀ ਦੇ ਕਰਕੇ। ਅਤੇ ਜਿਨ੍ਹਾਂ ਨੇ ਕਿਹਾ ਹੈ ਉਹਨਾਂ ਨੇ ਸਮਝਦਾਰੀ ਦਾ ਕਰਕੇ ਨਹੀਂ ਕਿਹਾ ਹੈ ਵੀ ਸਮਝ ਵਿੱਚ ਆ ਜਾਊਗਾ ਤੁਹਾਨੂੰ ਇਹ ਗੱਲਾਂ। ਨਹੀਂ, ਉਹਨਾਂ ਨੇ ਸਮਝ ਤੋਂ ਪਾਰ ਜਾ ਕੇ ਜਾਣਿਆ ਹੈ ਵੀ ਇੱਥੇ ਮੇਰਾ ਤੇਰਾ ਕੁਝ ਨਹੀਂ ਹੈ, ਮੇਰਾ ਜੀਵਨ ਨਹੀਂ ਹੈ। ਜੀਵਨ ਇੱਕੋ ਜਿਹਾ ਹੀ ਹੈ, ਚੱਲ ਰਿਹਾ ਹੈ ਸਾਰਿਆਂ ਦੇ ਵਿੱਚ, ਉਹ ਹੀ ਜੀ ਰਿਹਾ ਹੈ। ਘਟ ਘਟ ਮੈਂ ਹਰਿ ਜੂ ਬਸੇ ਸੰਤਨ ਕਿਉ। ਤੁਹਾਨੂੰ ਚਿੰਤਾ ਹੈ ਰਿਜ਼ਕ ਦੀ, ਘਟ ਘਟ ਰਿਜ਼ਕ ਸੰਭਾਹੇ ਕਿਹਾ ਹੈ ਨਾ, ਤੇ ਹਰ ਇੱਕ ਨੂੰ ਦੇ ਰਿਹਾ ਹੈ। ਤੇ ਜਿਹੜਾ ਜੀ ਰਿਹਾ ਹੈ ਤੇ ਜੀਵਨ ਉਹਦਾ ਹੈ। ਤੇ ਤੁਸੀਂ ਜੀਵਨ ਆਪਣਾ ਸਮਝ ਲਿਆ ਵੀ ਮੇਰਾ ਹੈ, ਤੇ ਮੇਰੀ ਹੁਣ ਜ਼ਿੰਮੇਵਾਰੀ ਹੋਵੇਗੀ ਵੀ ਇਹ ਸਾਰਾ ਕੁਛ ਸੋਚਣਾ ਹੈ। ਇਸ ਕਰਕੇ ਤੁਹਾਡਾ ਮਨ ਚੱਲ ਰਿਹਾ ਹੈ। ਤੂੰ ਕਿੰਨਾ ਸਿਰਫ ਤੇ ਸਿਰਫ ਰੋਟੀ ਕੱਪੜਾ ਅਤੇ ਮਕਾਨ ਕਰਕੇ ਜੁੜ ਰਿਹਾ ਹੈ ਮਨ। ਅਤੇ ਤੁਸੀਂ ਕੀ ਸੋਚਦੇ ਹੋ ਬਾਕੀਆਂ ਦੇ ਮਨ ਕਿਵੇਂ ਕਿਵੇਂ ਜੁੜ ਰਹੇ ਆ? ਇਹਨੇ ਕਿਹਾ ਦੂਸਰਿਆਂ ਦੀ ਛੱਡੋ, ਉਹ ਆਪ ਦੀ ਨਿਬੇੜਨ। ਨਾ, ਇਹ ਤੁਸੀਂ ਛੱਡ ਸਕਦੇ ਹੋ। ਇੱਧਰ ਛੱਡਣ ਵਾਸਤੇ ਥੋੜ੍ਹੀ ਬੋਲਿਆ ਜਾ ਰਿਹਾ। ਤੁਸੀਂ ਸਵਾਰਥੀ ਹੋ ਸਕਦੇ ਹੋ ਵੀ ਅਸੀਂ ਮੁਕਤ ਹੋ ਜਾਈਏ, ਦੂਜਿਆਂ ਨੂੰ ਛੱਡੋ। ਸਾਨੂੰ ਮੁਕਤੀ ਦਾ ਰਸਤਾ ਦੱਸ ਦਿਓ ਬਸ ਫਟਾਫਟ, ਸਾਨੂੰ ਪਤਾ ਲੱਗ ਜਾਵੇ। ਫਿਰ ਤੁਸੀਂ ਕਾਹਲੀ 'ਚ ਬਹੁਤ ਹੋ। ਵੀ ਛੇਤੀ ਛੇਤੀ ਪਹੁੰਚ ਜਾਈ। ਅਤੇ ਜਿੰਨਾ ਮਨ ਛੇਤੀ ਕਰਦਾ ਹੈ ਨਾ, ਕਾਹਲਾ ਪੈਂਦਾ ਹੈ, ਓਨਾ ਹੀ ਚੰਚਲ ਹੋ ਜਾਂਦਾ ਹੈ। ਕਿਉਂਕਿ ਉਤੇਜਿਤ ਹੋ ਜਾਂਦਾ ਹੈ ਨਾ। ਅਤੇ ਇਸ ਮਾਰਗ 'ਤੇ ਬਹੁਤ ਧੀਰਜ ਚਾਹੀਦੀ ਹੈ। ਧੀਰਜ ਧਾਮ ਬਣਾਏ ਬੁੱਧ ਸੁਦੀਪਕ ਜਿਉਂ ਜਿਆ। ਦੇਖੋ ਪੁਰਾਣੇ ਸਮੇਂ 'ਚ ਕਿੰਨੀ ਧੀਰਜ ਹੁੰਦੀ ਹੋਵੇਗੀ ਸਾਧਕਾਂ ਨੂੰ। ਕਈ ਕਈ ਸਾਲ ਬੈਠੇ ਰਹਿੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ, 26 ਸਾਲ ਤੋਂ ਉੱਪਰ। ਉਹ ਐਵੇਂ ਬਹਿ ਗਏ ਸਨ। ਅਗਰ ਸਮਝ ਵਿੱਚ ਹੀ ਆਉਂਦਾ ਹੁੰਦਾ ਤਾਂ ਗੁਰੂਆਂ ਕੋਲ ਸਮਝ ਲੈਂਦੇ। ਗੁਰੂਆਂ ਨੇ ਸੇਵਾ ਕੀਤੀ ਕਈ ਕਈ ਸਾਲ। ਦੇਖੋ ਲਗਾਤਾਰ 12 12 24 24 30 30 ਸਾਲ ਲੋਕ ਸੇਵਾ ਕਰਦੇ ਰਹੇ। ਅਜੋਕੇ ਸਮੇਂ 'ਚ ਤਾਂ ਬਹੁਤੀ ਕਾਹਲੀ ਹੈ। ਮੈਂ ਦੇਖੀ ਥੋੜ੍ਹਾ ਜਿਹਾ ਸਮਾਂ ਸੁਣਦਿਆਂ ਨੂੰ ਹੋ ਗਿਆ ਤਾਂ ਉਹ ਸੋਚਦੇ ਹਨ ਗਿਆਨ ਹੋਇਆ ਹੀ ਨਹੀਂ। ਸੁਣ ਰਹੇ ਦੂਰ ਬੈਠ ਕੇ। ਸੇਵਾਦਾਰ ਵੀ ਬਹੁਤ ਕਾਹਲੀ 'ਚ ਹੁੰਦੇ ਵੀ ਇੰਨਾ ਸਮਾਂ ਹੋ ਗਿਆ ਸੇਵਾ ਕਰਦੇ। ਇਹ ਜਨਮਾਂ ਜਨਮਾਂਤਰਾਂ ਦਾ ਖੇਲ ਹੈ। ਮਨ ਲੱਗਾ ਹੋਇਆ ਸੰਸਾਰ ਨਾਲ ਜੁੜਿਆ ਹੋਇਆ, ਇੱਕਦਮ ਥੋੜ੍ਹੀ ਹਟ ਜਾਵੇ।
ਤੇ ਧੀਰਜ ਬਹੁਤ ਜ਼ਰੂਰੀ ਹੈ। ਤੇ ਜਿੰਨਾ ਧੀਰਜ ਹੋਵੇਗਾ ਉਨਾ ਹੀ ਮਨ ਸ਼ਾਂਤ ਹੋਵੇਗਾ। ਤੇ ਤੁਸੀਂ ਕਹਿ ਰਹੇ ਹੋ ਨਾ ਕਿ ਇਹ ਵਿਸ ਝੂਠ ਹੈ, ਤਾਂ ਕਿਵੇਂ ਇਸ ਦਾ ਇਲਾਜ ਦੱਸੋ। ਇਹ ਝੂਠ ਹੀ ਹੈ। ਰੋਜੀ ਕੱਪੜਾ ਔਰ ਮਕਾਨ ਦੀ ਚਿੰਤਾ ਸਭ ਝੂਠ ਹੈ। ਤੁਹਾਡੀ ਚਿੰਤਾ ਹੀ ਝੂਠ ਹੋ, ਤੁਸੀਂ ਹੈ ਹੀ ਝੂਠ ਹੋ। ਤੁਸੀਂ ਪੂਰੇ ਦੇ ਪੂਰੇ ਝੂਠ ਹੋ, ਤੁਸੀਂ ਸਵੀਕਾਰ ਨਹੀਂ ਕਰਦੇ ਹੋ। ਉਸੇ ਝੂਠ ਤੋਂ ਹੀ ਬੁੱਧੀ ਪੈਦਾ ਹੋ ਰਹੀ ਹੈ, ਤੇ ਬੁੱਧੀ ਵੀ ਝੂਠ ਹੈ। ਤੇ ਝੂਠ ਦੇ ਵਿੱਚ ਸੱਚ ਕਿਵੇਂ ਆ ਜਾਵੇਗਾ, ਇਹ ਵੀ ਤਾਂ ਸਮਝੋ। ਝੂਠ ਦੇ ਵਿੱਚ ਸੱਚ ਥੋੜ੍ਹੀ ਆਵੇਗਾ। ਸੱਚ ਵਿੱਚ ਝੂਠ ਹੈ ਸਾਰਾ। ਪਰਮਾਤਮਾ ਵਿੱਚ ਸੰਸਾਰ ਹੈ। ਇਹੋ ਹੀ ਤੇ ਕਿਹਾ ਜਾਂਦਾ, ਸ਼ਾਸਤਰਾਂ 'ਚ ਵੀ ਲਿਖਿਆ ਹੋਇਆ ਵੀ ਚਮਚ ਦੇ ਵਿੱਚ ਸਾਗਰ ਥੋੜ੍ਹੀ ਆ ਜਾਵੇਗਾ। ਉਹ ਇਹੋ ਪ੍ਰਮਾਣ ਦਿੱਤਾ ਵੀ ਝੂਠ ਦੇ ਵਿੱਚ ਸੱਚ ਥੋੜ੍ਹੀ ਆ ਜਾਵੇਗਾ। ਤੇ ਸਭ ਝੂਠ ਹੈ। ਤੁਹਾਡਾ ਸੋਚਣਾ, ਵਿਚਾਰਨਾ, ਸਮਝਣਾ ਵੀ ਝੂਠ ਹੈ। ਖਿਆਲ ਵਿੱਚ ਰਹੋ, ਤੁਸੀਂ ਹੀ ਝੂਠ ਹੋ। ਮੈਂ ਝੂਠ ਹੈ, ਇਸ ਕਰਕੇ ਮੈਂ ਮਰਦੀ ਹੈ। ਖਿਆਲ ਵਿੱਚ ਰੱਖੋ, ਮੈਂ ਵਾਸਤਵਿਕ ਨਹੀਂ ਹੈ, ਹਨੇਰੇ ਦੀ ਤਰ੍ਹਾਂ ਹੈ, ਭਰਮ ਦੀ ਤਰ੍ਹਾਂ ਹੈ। ਅਗਿਆਨ ਕਿਆ ਹੈ, ਅੰਧੇਰਾ ਹੈ। ਦੀਵਾ ਬੜੇ ਹਨੇਰਾ ਜਾਏ, ਉਹ ਮਿਟ ਜਾਂਦਾ ਹੈ, ਫਿਰ ਮੁੜ ਕੇ ਦਿਖਦਾ ਵੀ ਨਹੀਂ। ਤੇ ਝੂਠ ਸੀ ਤਾਂ ਹੀ ਮਿਟ ਗਿਆ ਨਾ, ਵਾਸਤਵਿਕ ਥੋੜ੍ਹੀ। ਤੇ ਮਿਟਣ ਦੀ ਤਿਆਰੀ ਕਰੋ, ਸਮਝਣ ਦੀ ਨਹੀਂ। ਆਪ ਗਵਾਈਏ ਤਾਂ ਸੋ ਭਾਈ, ਅਗਰ ਕੈਸੀ ਚਤਰਾਈ। ਸਮਝਦਾਰੀ ਨਹੀਂ ਚੱਲੇਗੀ।